ਨਹਿਮਿਆ ਅਧਿਆਇ 7। ਯਹੂਦਾ ਵਿੱਚ ਲੋਕਾਂ ਦੀ ਫਰਿਸ਼ਤ। ਤਾਂ ਐਂ ਹੋਇਆ ਜਦ ਕੰਧ ਬਣ ਗਈ ਅਤੇ ਮੈਂ ਬੂਹੇ ਜੜ ਦਿੱਤੇ ਅਤੇ ਦਰਬਾਨ ਰਾਗੀ ਅਤੇ ਲੇਵੀ ਠਹਿਰਾ ਦਿੱਤੇ, ਤਦ ਮੈਂ ਆਪਣੇ ਭਰਾ ਹਨਾਨੀ ਨੂੰ ਅਤੇ ਸ਼ਾਹੀ ਮਹਿਲ ਦੇ ਸਰਦਾਰ ਹਨਿਯਾਹ ਨੂੰ ਯਰੂਸ਼ਲਮ ਉੱਤੇ ਹਾਕਮ ਬਣਾਇਆ, ਕਿਉਂਕਿ ਉਹ ਬਹੁਤਿਆਂ ਵਿੱਚੋਂ ਨੇਚਾ ਵਾਲਾ ਅਤੇ ਪਰਮੇਸ਼ਰ ਤੋਂ ਡਰਨ ਵਾਲਾ ਮਨੁੱਖ ਸੀ। ਅਤੇ ਮੈਂ ਉਹਨਾਂ ਨੂੰ ਆਖਿਆ ਕਿ ਜਦ ਤੱਕ ਧੁੱਪ ਤਿੱਖੀ ਨਾ ਹੋ ਜਾਵੇ ਅਤੇ ਯਰੂਸ਼ਲਮ ਦੇ ਫਾਟਕ ਨਾ ਖੋਲ੍ਹੇ ਜਾਣ ਅਤੇ ਜਦ ਉਹ ਖੜੇ ਹੀ ਹੋਣ ਤਾਂ ਬੂਹੇ ਬੰਦ ਕੀਤੇ ਜਾਣ ਅਤੇ ਅਰਲ ਲਾਏ ਜਾਣ ਅਤੇ ਉਹ ਯਰੂਸ਼ਲਮ ਦੇ ਵਾਸੀਆਂ ਵਿੱਚੋਂ ਪਹਿਰੇ ਵਾਲੇ ਮੁਕਰਰ ਕਰਨ, ਜਿਹੜੇ ਆਪੋ ਆਪਣੇ ਪਹਿਰੇ ਵਿੱਚ ਆਪਣਿਆਂ ਘਰਾਂ ਦੇ ਅੱਗੇ ਹੋਣ। ਸ਼ਹਿਰ ਚੌੜਾ ਅਤੇ ਵੱਡਾ ਸੀ ਅਤੇ ਆਦਮੀ ਥੋੜ੍ਹੇ ਸਨ, ਉਹ ਦੇ ਵਿੱਚ ਘਰ ਬਣੇ ਹੋਏ ਨਹੀਂ ਸਨ। ਤਾਂ ਮੇਰੇ ਪਰਮੇਸ਼ਰ ਨੇ ਮੇਰੇ ਮਨ ਵਿੱਚ ਪਾਇਆ ਕਿ ਮੈਂ ਸ਼ਰੀਫਾਂ ਨੂੰ ਅਤੇ ਰਈਸਾਂ ਨੂੰ ਅਤੇ ਲੋਕਾਂ ਨੂੰ ਇਕੱਠੇ ਕਰਾਂ, ਤਾਂ ਜੋ ਉਹ ਆਪਣੀ ਕੁਲਪੱਤਰੀ ਦੇ ਅਨੁਸਾਰ ਗਿਣੇ ਜਾਣ। ਅਤੇ ਮੈਨੂੰ ਉਸ ਦੀ ਕੁਲਪੱਤਰੀ ਦੀ ਪੋਥੀ ਲੱਭੀ ਜਿਹੜੇ ਪਹਿਲਾਂ ਆਏ ਸਨ, ਅਤੇ ਉਹ ਮੈਨੂੰ ਉਹਦੇ ਵਿੱਚ ਇਹ ਲਿਖਿਆ ਹੋਇਆ ਲੱਭਾ, ਇਹ ਉਸ ਸੂਬੇ ਦੇ ਲੋਕ ਹਨ ਜਿਹੜੇ ਉਹਨਾਂ ਅਸੀਰਾਂ ਵਿੱਚੋਂ ਜਿਨ੍ਹਾਂ ਨੂੰ ਬਾਬਲ ਦਾ ਬਾਦਸ਼ਾਹ ਨਬੂਕਦਨਸਰ ਅਸੀਰੀ ਵਿੱਚ ਲੈ ਗਿਆ ਸੀ, ਉਹ ਤਾਹਾਂ ਆ ਕੇ ਸਾਰੇ ਯਰੂਸ਼ਲਮ ਤੇ ਯਹੂਦਾ ਵਿੱਚ ਆਪੋ ਆਪਣੇ ਸ਼ਹਿਰਾਂ ਨੂੰ ਮੁੜ ਆਏ। ਜਿਹੜੇ ਜਰੱਬਾਬਾਲ, ਯੇਸ਼ੂਆ, ਨਹਿਮਿਆ, ਅਜਰਿਆ, ਰਹਿਮਿਆ ਅਰ ਨਹਿਮਾਨੀ, ਮਾਦਰਕਈ, ਬਿਲਸਾਨ, ਮਿਸ਼ਪਰਥ, ਬਿਗਵਈ, ਨਹੂਮ ਅਤੇ ਬੇਨਾ ਦੇ ਨਾਲ ਆਏ। ਇਸਰਾਏਲੀ ਪਰਜਾ ਦੇ ਮਨੁੱਖਾਂ ਦੀ ਗਿਣਤੀ ਇਹ ਹੈ: ਪਰੋਸ਼ੀ ਦੀ ਵੰਸ਼ 2172, ਸ਼ਫਟਿਆ ਦੀ ਵੰਸ਼ 372, ਆਰਾ ਦੀ ਵੰਸ਼ 652, ਪਹਿਤ ਮੁਆਬ ਜਿਹੜੇ ਯੇਸ਼ੂਆ ਅਤੇ ਯੋਆਬ ਦੀ ਵੰਸ਼ ਵਿੱਚੋਂ ਸਨ 2818, ਏਲਾਮ ਦੀ ਵੰਸ਼ ਵਿੱਚ 1254, ਜੱਤੂ ਦੀ ਵੰਸ਼ 845, ਜਕਈ ਦੀ ਵੰਸ਼ 760, ਬਿਨੀ ਦੀ ਵੰਸ਼ 648, ਬੇਬਈ ਦੀ ਵੰਸ਼ 628, ਅਜਗਾਦ ਦੀ ਵੰਸ਼ 2322, ਅਦੋਨਿਕਾਮ ਦੀ ਵੰਸ਼ 667, ਬਿਗਵਾਈ ਦੀ ਵੰਸ਼ 2067, ਆਦੀਨ ਦੀ ਵੰਸ਼ 655, ਹਿਚਕੀਆ ਦੀ ਅਟੇਰ ਦੀ ਵੰਸ਼ 98, ਹਸ਼ੂਮ ਦੀ ਵੰਸ਼ 328, ਬੇਸ਼ਾਈ ਦੀ ਵੰਸ਼ 324, ਹਰੀਫ ਦੀ ਵੰਸ਼ 112, ਗਿਬੋਨ ਦੀ ਵੰਸ਼ 95, ਬੈਤਲਹਮ ਅਤੇ ਨਟੋਫਾ ਦੇ ਮਨੁੱਖ 188, ਅਨਾਥੋਤ ਦੇ ਮਨੁੱਖ 128, ਬੈਤ ਅਜਮਾਵਥ ਦੇ ਮਨੁੱਖ 42, ਕਿਰਿਅਥ ਯਾਰੀਮ ਔਰ ਕਫੀਰਾ ਅਤੇ ਬੇਰੋਆ ਦੇ ਮਨੁੱਖ 743, ਰਾਮਾ ਅਤੇ ਗਬਾ ਦੇ ਮਨੁੱਖ 621, ਮਿਕਮਾਸ ਦੇ ਮਨੁੱਖ 122, ਬੈਤੇਲ ਔਰ ਅਈ ਦੇ ਮਨੁੱਖ 123, ਦੂਸਰੇ ਨਬੋ ਦੇ ਮਨੁੱਖ 52, ਦੂਸਰੇ ਏਲਾਮ ਦੀ ਵੰਸ਼ 1254, ਹਰੀਮ ਦੀ ਵੰਸ਼ 320, ਯਰੀਹੋ ਦੀ ਵੰਸ਼ 345, ਲੋਦ ਔਰ ਹਾਦੀਦ ਅਤੇ ਅਨੋ ਦੀ ਵੰਸ਼ 721, ਸਨਾ ਦੀ ਵੰਸ਼ 3930, ਜਾਜਕ ਅਰਥਾਤ ਯੇਸ਼ੂਆ ਦੇ ਘਰਾਣੇ ਦੇ ਜੈਦਿਆ ਦੀ ਵੰਸ਼ 972, ਇਮੇਰ ਦੀ ਵੰਸ਼ 1052, ਪਸ਼ਹੂਰ ਦੀ ਵੰਸ਼ 1247, ਹਰੀਮ ਦੀ ਵੰਸ਼ 1017, ਲੇਵੀ ਅਰਥਾਤ ਕਦਮੀਏਲ ਦੇ ਯੇਸ਼ੂਆ ਦੀ ਵੰਸ਼ ਅਤੇ ਹਦੋਆ ਦੀ ਵੰਸ਼ 74, ਰਾਗੇ ਅਸਾਫ ਦੀ ਵੰਸ਼ 148, ਦਰਬਾਨ ਸਲੂਮ ਦੀ ਵੰਸ਼ ਔਰ ਅਟੇਰ ਦੀ ਵੰਸ਼ ਔਰ ਟਲਮੋਨ ਦੀ ਵੰਸ਼ ਔਰ ਅਕੂਬ ਦੀ ਵੰਸ਼ ਅਤੇ ਹਟੀਟਾ ਦੀ ਵੰਸ਼
ਅਤੇ शोबाई दी वंश 138, नथीनीम अर्थात शीहा दी वंश और असूफा दी वंश और टब्बाउथ दी वंश, केरोश दी वंश और शिया दी वंश और पादोन दी वंश, लबाना दी वंश और हगाबा दी वंश और सलमाई दी वंश, हनान दी वंश और गिदेल दी वंश और गाहर दी वंश, रैया दी वंश और रसीन दी वंश और नकोदा दी वंश, गजाम दी वंश और उर्जा दी वंश और पाशे दी वंश, बेसई दी वंश और मौनीम दी वंश और नफीसीम दी वंश, बकबूक दी वंश और हकूफा दी वंश और हरहूर दी वंश, बसलीत दी वंश और महिता दी वंश और हर्षा दी वंश, बरकोश दी वंश और सीसरा दी वंश और थामे दी वंश, निशिया दी वंश और हटीफा दी वंश, सुलेमान दे टहलुआ दी वंश, शोटई दी वंश और सोरफथ दी वंश और प्रीदा दी वंश, जैला दी वंश और दरकोन दी वंश और गिदेल दी वंश, शफ्टा दी वंश और हटील दी वंश और शबाइम दे फोकरत दी वंश और आमोन दी वंश, सारे नथीनीम अते सुलेमान दे टहलुआ दी 392। ਇਹ ਉਹ ਹਨ ਜਿਹੜੇ तिलम मलह और तेल हर्षा और करबू और अदोन ਅਤੇ ਈਮੇਰ ਤੋਂ ਉਤਾਂ ਗਏ ਸਨ, ਪਰ ਆਪਣੇ ਪਿਓ ਦਾਦਿਆਂ ਦੇ ਘਰਾਣਿਆਂ ਦਾ ਤੇ ਆਪਣੇ ਨਸਲ ਦਾ ਪਤਾ ਨਾ ਦੇ ਸਕੇ। ਭਈ ਇਸਰਾਇਲ ਵਿੱਚੋਂ ਵੀ ਸਨ ਦਲਿਆ ਦੀ ਵੰਸ਼ और ਟੋਬੀਆ ਦੀ ਵੰਸ਼ और ਨਕੋਦਾ ਦੀ ਵੰਸ਼ 642 ਅਤੇ ਜਾਜਕਾਂ ਵਿੱਚੋਂ ਅਬਿਆ ਦੀ ਵੰਸ਼ और ਕੋਸ਼ ਦੀ ਵੰਸ਼, ਬਰਜਿਲਈ ਦੀ ਵੰਸ਼, ਜਿਨ੍ਹਾਂ ਨੇ ਬਰਜਿਲਈ ਗਿਲਾਦੀ ਦੀਆਂ ਧੀਆਂ ਵਿੱਚੋਂ ਇੱਕ ਨੂੰ ਵਿਆਹ ਲਿਆ, ਇਸ ਲਈ ਉਹਨਾਂ ਦੇ ਨਾਂ ਉਸੇ ਪੁਕਾਰੀ ਗਏ। ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਵੰਸ਼ਾਂ ਵਾਲੀਆਂ ਵਿੱਚੋਂ ਭਾਲਿਆ, ਪਰ ਜਦ ਉਹ ਨਾ ਮਿਲੀਆਂ ਤਦ ਉਹ ਅਸ਼ੁੱਧ ਠਹਿਰੇ, ਜਾਜਕਾਈ ਵਿੱਚੋਂ ਕੱਢ ਗਏ। ਤਾਂ ਹਾਕਮ ਨੇ ਉਹਨਾਂ ਨੂੰ ਆਖਿਆ ਕਿ ਉਹ ਅਤ ਅਪਵਿੱਤਰ ਚੀਜ਼ਾਂ ਵਿੱਚੋਂ ਨਾ ਖਾਣ, ਜਿੰਨਾ ਚਿਰ ਉਹ ਉਰੀਮ ਔਰ ਥੁਮੀਮ ਲਈ ਕੋਈ ਜਾਜਕ ਨਾ ਖੜਾ ਹੋਵੇ। ਸਾਰੀ ਸਭਾ ਮਿਲ ਕੇ 42,360 ਸੀ। ਉਹਨਾਂ ਦੇ ਗੋਲੇ ਅਤੇ ਗੋਲੀਆਂ ਤੋਂ ਛੁੱਟ ਜਿਹੜੇ 7,337 ਸਨ ਅਤੇ ਰਾਗੀ ਅਤੇ ਰਾਗਾਂ 245 ਸਨ। ਉਹਨਾਂ ਦੇ ਘੋੜੇ 736 ਅਤੇ ਉਹਨਾਂ ਦੀਆਂ ਖੱਚਰਾਂ 245 ਸਨ। ਉਹਨਾਂ ਦੇ ਊਠ 435 ਅਤੇ ਉਹਨਾਂ ਦੇ ਗਧੇ 6,720। ਉਹਨਾਂ ਦੇ ਪਿਓ ਦਾਦਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਇੱਕ ਕੰਮ ਲਈ ਦਿੱਤਾ ਅਤੇ ਹਾਕਮ ਨੇ 1,000 ਦਰਮ ਸੋਨਾ ਅਤੇ 50 ਬਾਟੇ ਅਤੇ ਜਾਜਕਾਂ ਲਈ 530 ਪੁਸ਼ਾਕਾਂ ਖਜ਼ਾਨੇ ਵਿੱਚੋਂ ਦਿੱਤੀਆਂ। ਪਿਓ ਦਾਦਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ 20,000 ਦਰਮ ਸੋਨਾ ਅਤੇ 2,200 ਮਾਨੇ ਚਾਂਦੀ ਖਜ਼ਾਨੇ ਵਿੱਚੋਂ ਦਿੱਤੀ, ਅਤੇ ਬਾਕੀ ਲੋਕਾਂ ਨੇ ਜਿਹੜਾ ਦਿੱਤਾ ਉਹ 20,000 ਦਰਮ ਸੋਨਾ ਸੀ ਅਤੇ 2,000 ਪਾਨੇ ਚਾਂਦੀ, ਅਤੇ ਜਾਜਕਾਂ ਲਈ 67 ਪੁਸ਼ਾਕਾਂ, 100 ਜਾਜਕ और लेवी और दरबान और रागी और कई लोग और नथीनीम, सगों सारा इसराइल आपो अपने शहरों ਵਿੱਚ ਵਸ ਗਏ। ਅਤੇ ਜਦੋਂ 7ਵਾਂ ਮਹੀਨਾ ਆਇਆ ਤਾਂ ਇਸਰਾਈਲੀ ਆਪਣੀਆਂ ਸ਼ਹਿਰਾਂ ਵਿੱਚੋਂ ਸਨ। ਆਮੀਨ।